ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਕਮਲਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਮੇਜ਼ਬਾਨ ਦੇਵ ਕਪੂਰ। ਸੋ ਦੇਵ ਜੀ, ਹਿੰਦੁਸਤਾਨ ਜਿਹੜਾ ਇੱਕ ਬਹੁਤ ਵੱਡਾ ਲੋਕਤੰਤਰ ਹੈ ਔਰ ਦੁਨੀਆ ਭਰ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਵੀ ਇਹੀ ਹੈ ਨਾ। ਬਿਲਕੁਲ 130 ਕਰੋੜ ਤੋਂ ਵੱਧ ਦੀ ਆਬਾਦੀ ਹੈ ਜੀ। ਬਿਲਕੁਲ ਕਮਲ ਜੀ, ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਆਗਾਜ਼ ਕੀਤਾ ਕਿ ਲੋਕਤੰਤਰ ਦੀ ਗੱਲ ਆਖੀ ਜੀ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਸਾਡਾ ਭਾਰਤ ਦੇਸ਼, ਔਰ ਇੱਥੇ ਸਾਨੂੰ ਇਹ ਵੀ ਸਿਖਾਇਆ ਜਾਂਦਾ ਬਚਪਨ ਤੋਂ ਕਿ ਲੋਕ ਜਿਹੜੇ ਆ ਉਹ ਲੋਕਤੰਤਰ 'ਚ ਵੱਡੇ ਹੁੰਦੇ ਨੇ। ਬਿਲਕੁਲ। ਪਰ ਅੱਜ ਦੀ ਤਸਵੀਰ ਜਿਹੜੀ ਹੈ ਮੈਨੂੰ ਲੱਗਦਾ ਕਿ ਅਸੀਂ ਸਾਫ਼-ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਅੱਜ ਜੋ ਦੇਸ਼ ਦੇ ਵਿੱਚ ਹੋ ਰਿਹਾ, ਦੁਨੀਆ ਦੇ ਵਿੱਚ ਵੀ ਸਾਡੇ ਇਸ ਲੋਕਤਾਂਤਰਿਕ ਦੇਸ਼ ਦੀ ਜੋ ਛਵੀ ਬਣਦੀ ਜਾ ਰਹੀ ਹੈ, ਉਹਦੇ ਵੀ ਬਹੁਤ ਸਾਰੇ ਕਾਰਨ ਸਾਡੇ ਸਾਹਮਣੇ। ਬਿਲਕੁਲ। ਦੇਖੋ, ਲੋਕਤੰਤਰ ਦਾ ਮਤਲਬ ਇਹੀ ਹੈ ਕਿ ਜਿਹੜੀ ਉੱਥੋਂ ਦੀ ਸਰਕਾਰ ਹੁੰਦੀ ਹੈ ਲੋਕਾਂ ਦੁਆਰਾ ਚੁਣੀ ਗਈ ਹੁੰਦੀ ਹੈ, ਲੋਕਾਂ ਵਾਸਤੇ ਹੁੰਦੀ ਹੈ ਤੇ ਲੋਕਾਂ ਦੀ ਹੁੰਦੀ ਹੈ ਨਾ। ਖੈਰ, ਕੁਝ ਇਸੇ ਤਰ੍ਹਾਂ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਇੱਕ ਵਾਰ ਫਿਰ ਭਖਣਾ ਸ਼ੁਰੂ ਹੋ ਗਿਆ। ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਇਹ ਚਲਨ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੇਲੇ ਜਿਹੜੇ ਆ ਉਹ ਆਏ ਦਿਨ ਆਉਂਦੇ ਰਹਿੰਦੇ ਆ ਨਾ, ਹਿੰਦੁਸਤਾਨ ਦੇ ਵਿੱਚ ਇਸੇ ਤਰ੍ਹਾਂ ਹੀ ਚੋਣਾਂ ਜਿਹੜੀਆਂ ਨੇ ਉਹ ਚੱਲੀਆਂ ਹੀ ਰਹਿੰਦੀਆਂ। ਬਿਲਕੁਲ, ਹੈ ਨਾ। ਚੁਣਾਵੀ ਮਾਹੌਲ ਜਿਹੜਾ ਹੈ ਉਹ ਹਰ ਦੂਸਰੇ ਦਿਨ ਦੇਖਣ ਨੂੰ ਮਿਲਦਾ। ਹਾਂ, ਲੇਕਿਨ ਇਸ ਵਾਰ ਜਿਹੜੀਆਂ ਚੋਣਾਂ ਪੱਛਮੀ ਬੰਗਾਲ ਦੇ ਵਿੱਚ ਹੋ ਰਹੀਆਂ ਨੇ ਉਹ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋ ਸਕਦੀਆਂ ਨੇ, ਖਾਸ ਕਰਕੇ ਜਿੱਥੇ ਲੋਕਤੰਤਰ, ਜਿੱਥੇ ਲੋਕ ਇਸ ਵੇਲੇ ਕਿਸਾਨਾਂ ਦੇ ਰੂਪ ਦੇ ਵਿੱਚ ਜਾਗਰਤ ਹੋਏ ਨੇ, ਉਹਨਾਂ ਨੂੰ ਲੈ ਕੇ। ਤੇ ਦੂਜੇ ਪਾਸੇ ਜਿਹੜਾ ਦੂਜਾ ਧੜਾ ਉਹ ਹੈ ਭਾਜਪਾ ਦਾ, ਯਾਨੀ BJP ਦਾ। ਬਿਲਕੁਲ, ਇੱਕ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਕਿਸਾਨ ਜਿਹੜੇ ਆ ਆਪਣੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਤੱਕ ਸੰਘਰਸ਼ ਕਰ ਰਹੇ ਆ, ਔਰ ਇੱਕ ਪਾਸੇ ਜਿਹੜਾ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਔਰ ਤਾਨਾਸ਼ਾਹੀ ਜੋ ਸੋਚ ਹੈ ਸਰਕਾਰ ਦੀ ਉਹ ਵੀ ਜਾਰੀ ਹੈ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਬੰਗਾਲ ਦੇ ਜਿਹੜੇ ਚੁਣਾਵ ਨੇ, ਇਹ ਜਿਹੜਾ ਰੇੜਕਾ ਫਸਿਆ ਸਰਕਾਰਾਂ ਤੇ ਕਿਸਾਨਾਂ ਦੇ ਦਰਮਿਆਨ, ਇਹਦਾ ਜਿਹੜਾ ਸਿੱਟਾ ਆ ਉਹ ਕੀ ਨਿਕਲਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਔਰ ਮੈਨੂੰ ਲੱਗਦਾ ਕਿ ਸਾਰੀ ਦੁਨੀਆ ਦੀਆਂ ਜਿਹੜੀਆਂ ਨਿਗਾਹਾਂ ਨੇ ਉਹ ਸਾਡੇ ਦੇਸ਼ ਦੇ ਔਰ ਖਾਸ ਤੌਰ ਤੇ ਬੰਗਾਲ ਦੀਆਂ ਚੋਣਾਂ ਦੇ ਉੱਪਰ, ਚੁਣਾਵਾਂ ਦੇ ਉੱਪਰ ਟਿਕੀ ਹੋਈ। ਬਿਲਕੁਲ। ਦੇਖੋ, ਚੁਣਾਵਾਂ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਮਾਹੌਲ ਇਸੇ ਤਰ੍ਹਾਂ ਦਾ ਭਖਦਾ ਹੈ ਕਿ ਇੱਕ ਪਾਰਟੀ ਵੱਲੋਂ ਕੁਝ ਨਾ ਕੁਝ ਕੀਤਾ ਜਾਂਦਾ ਇਸ ਤਰ੍ਹਾਂ ਦਾ ਕਿ ਜਿਹੜਾ ਦੂਜੀ ਪਾਰਟੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਨਾ। ਔਰ ਜੇਕਰ ਕੋਈ ਚੀਜ਼ ਅਚਨਚੇਤ ਵੀ ਹੋ ਜਾਂਦੀ ਹੈ ਨਾ, ਤਾਂ ਉਹ ਵੀ ਦੇਵ ਜੀ ਜਿਹੜੇ ਰਾਜਨੀਤਿਕ ਲੋਕ ਨੇ ਉਹਨੂੰ ਐਸਾ ਰੰਗ ਪਾਉਂਦੇ ਨੇ ਕਿ ਇਸ ਤਰ੍ਹਾਂ ਲੱਗਦਾ ਕਿ ਇਹ ਵੀ ਇੱਕ ਤਰ੍ਹਾਂ ਦਾ ਚੁਣਾਵੀ ਸਟੰਟ ਹੈ। ਬਿਲਕੁਲ, ਹੈ ਨਾ। ਜਿੱਦਾਂ ਕਿ ਹੁਣ ਉੱਥੇ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਆਗੂ ਨੇ ਮਮਤਾ ਬੈਨਰਜੀ, ਹੈ ਨਾ, ਇਸ ਵੇਲੇ ਉਹ ਮੋਦੀ ਸਾਹਿਬ ਦੇ ਅੱਗੇ ਇੱਕ ਬਹੁਤ ਵੱਡਾ ਰੋੜਾ ਸਾਬਤ ਹੋ ਰਹੇ ਨੇ। ਹਾਲਾਂਕਿ ਉਹ ਕਹਿੰਦੇ ਨੇ ਕਿ ਕੋਈ ਰੋੜਾ ਲੱਗਾ ਜਾਂ ਕੋਈ ਦਰਵਾਜ਼ਾ ਲੱਗਾ, ਉਹਨਾਂ ਦਾ ਪੈਰ ਫ੍ਰੈਕਚਰ ਹੋ ਚੁੱਕਾ ਹੈ। ਇਹਨੂੰ ਵੀ ਇੱਕ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਹਾਲੇ ਤੱਕ ਇਹ ਨਹੀਂ ਪਤਾ ਚੱਲ ਰਿਹਾ ਕਿ ਵਾਕਈ ਮਮਤਾ ਬੈਨਰਜੀ ਦੀ ਜਿਹੜੀ ਲੱਤ ਹੈ, ਜਿਹੜਾ ਉਹਨਾਂ ਦਾ ਪੈਰ ਹੈ ਉਹ ਫ੍ਰੈਕਚਰ ਹੋਇਆ, ਉਹ ਇੱਕ ਸਟੰਟ ਹੈ ਜਾਂ ਸੱਚਮੁੱਚ ਹੋਇਆ। ਜ਼ਾਹਿਰ ਹੈ ਕਿ ਕੋਈ ਵੀ ਸਰਕਾਰੀ ਜਾਂ ਸਿਆਸੀ ਪਾਰਟੀ ਇਹ ਨਹੀਂ ਚਾਹੇਗੀ ਕਿ ਦੂਸਰੀ ਪਾਰਟੀ ਜਿਹੜੀ ਹੈ ਉਹ ਉਸ ਨੂੰ ਬਦਨਾਮ ਕਰੇ ਬਿਨਾਂ ਉਹ ਆਪਣਾ ਜਿਹੜਾ ਆਗਾਜ਼ ਹੈ ਜਾਂ ਆਪਣਾ ਜਿਹੜਾ ਸਫ਼ਰ ਹੈ ਉਸ ਨੂੰ ਜਾਰੀ ਨਾ ਰੱਖੇ। ਸੋ ਭਾਜਪਾ ਵੱਲੋਂ ਵੀ ਇਹ ਗੱਲ ਜਿਹੜੀ ਆਖੀ ਜਾ ਰਹੀ ਹੈ ਕਿ ਇੱਕ ਸਟੰਟ ਹੈ, ਜੋ ਕਿ ਅਸੀਂ ਆਮ ਤੌਰ 'ਤੇ ਸਿਆਸੀ ਪਾਰਟੀਆਂ ਦੇ ਦਰਮਿਆਨ ਜੋ ਕੁਝ ਹੁੰਦਾ ਅਸੀਂ ਦੇਖਦੇ ਆਏ ਹਾਂ ਔਰ ਦੇਖ ਵੀ ਰਹੇ ਹਾਂ। ਪਰ ਕਿਤੇ ਨਾ ਕਿਤੇ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਬੰਗਾਲ ਦੇ ਵਿੱਚ ਕਿਸਾਨਾਂ ਨੇ ਜਿਹੜਾ ਮੋਰਚਾ ਉਹ ਖੋਲ੍ਹ ਦਿੱਤਾ। ਬਿਲਕੁਲ। ਔਰ ਉੱਥੇ ਜਾ ਕੇ ਜੇ ਗੱਲ ਕਰੀਏ ਨੰਦੀਗ੍ਰਾਮ ਦੀ, ਤਾਂ ਉੱਥੇ ਜਾ ਕੇ ਵੀ ਜਿਹੜੇ ਕਿਸਾਨ ਆਗੂ ਨੇ, ਖਾਸ ਤੌਰ 'ਤੇ ਰਾਕੇਸ਼ ਟਿਕੈਤ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਭਾਜਪਾ ਦੀ ਜਿਹੜੀ ਸਰਕਾਰ ਹੈ ਇਸ ਨੂੰ ਵੋਟ ਬਿਲਕੁਲ ਨਾ ਪਾਈ ਜਾਏ, ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਕਿਸਾਨ ਮਾਰੂ ਜਿਹੜੀ ਨੀਤੀਆਂ ਸਰਕਾਰ ਜਿਹੜੀ ਲੈ ਕੇ ਆਈ ਹੈ ਔਰ ਲਗਾਤਾਰ ਉਸ ਉੱਪਰ ਅੜੀ ਵੀ ਹੋਈ ਹੈ। ਸੋ ਇਹ ਵੀ ਦੇਖਿਆ ਜਾ ਰਿਹਾ ਕਿ ਮਮਤਾ ਬੈਨਰਜੀ ਹੋਰਾਂ ਦੀ ਜਿਹੜੀ ਪਾਰਟੀ ਹੈ ਤ੍ਰਿਣਮੂਲ ਕਾਂਗਰਸ, ਉਸ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈ। ਬਿਲਕੁਲ ਜੀ। ਦੇਖੋ, ਜਿੱਥੇ ਕਿਸਾਨ ਇੰਨੇ ਮਹੀਨਿਆਂ ਤੋਂ ਸੜਕਾਂ ਦੇ ਉੱਤੇ ਅੰਦੋਲਨ ਕਰ ਰਹੇ ਸੀ ਔਰ ਭਾਜਪਾ ਦੀ ਸਰਕਾਰ ਨੇ ਉਹਨਾਂ ਦੀ ਸਾਰ ਹੀ ਨਹੀਂ ਲਈ ਹੈਗੀ ਜਿੱਥੇ ਇਸ ਵੇਲੇ ਤੱਕ ਤਕਰੀਬਨ ਜਿਹੜੀ ਗਿਣਤੀ ਹੈ ਉਹ 300 ਦੀ ਹੈ ਕਿਸਾਨਾਂ ਦੀ ਜਿਹੜੇ ਸ਼ਹੀਦ ਹੋ ਚੁੱਕੇ ਨੇ, ਔਰ ਸੰਸਦ ਦੇ ਵਿੱਚ ਕਿਸੇ ਨੇ 3 ਮਿੰਟ ਦੇ ਲਈ ਮੌਨ ਵੀ ਨਹੀਂ ਧਾਰਨ ਕੀਤਾ, ਕਿਉਂਕਿ ਸ਼ਰਧਾਂਜਲੀ ਅਕਸਰ ਦਿੱਤੀ ਜਾਂਦੀ ਜੇਕਰ ਦੇਸ਼ ਦੇ ਵਿੱਚ ਕੋਈ ਇਹੋ ਜਿਹੀ ਵਾਰਦਾਤ ਜਾਂ ਕੋਈ ਇਹੋ ਜਿਹਾ ਮਸਲਾ, ਕੋਈ ਘਟਨਾ ਵਾਪਰਦੀ। ਬਿਲਕੁਲ, ਮਨ ਕੀ ਬਾਤ ਤਾਂ ਅਸੀਂ ਸੁਣਦੇ ਹੀ ਹਾਂ, ਪਰ ਮੌਨ ਦੀ ਬਾਤ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ, ਜੋ ਕਿ ਨਹੀਂ ਕਰ ਰਹੇ। ਸੋ ਇਹਦੇ ਪਿੱਛੇ ਜੋ ਮਨਸ਼ਾ ਹੈ, ਜੋ ਨਜ਼ਰੀਆ ਹੈ ਜਾਂ ਜੋ ਸੋਚ ਹੈ, ਉਹ ਮੈਨੂੰ ਲੱਗਦਾ ਕਿ ਕਮਲ ਜੀ ਉਹ ਸਾਫ਼-ਸਾਫ਼ ਦਿਸ ਹੀ ਰਹੀ ਹੈ। ਬਿਲਕੁਲ ਜੀ। ਔਰ ਇਸੇ ਕਰਕੇ ਰਾਕੇਸ਼ ਟਿਕੈਤ ਹੋਰਾਂ ਨੇ ਸਾਫ਼-ਸਾਫ਼ ਕਿਹਾ ਹੈ ਕਿ ਜਿਹੜੀ ਸਰਕਾਰ ਦੇ ਵਿੱਚ, ਜਿਹਨੂੰ ਚਲਾਉਣ ਦੇ ਵਿੱਚ ਕੰਪਨੀਆਂ ਦਾ ਹੱਥ ਹੋਵੇ, ਹੈ ਨਾ, ਜਿਹੜੀ ਸੰਸਦ ਜਿਹੜੀ ਹੈ ਉਹ ਕੰਪਨੀਆਂ ਚਲਾਉਂਦੀਆਂ ਹੋਣ, ਤੇ ਉੱਥੇ ਸਰਕਾਰਾਂ ਜਿਹੜੀਆਂ ਨੇ ਉਹ ਗੱਲਬਾਤ ਨਹੀਂ ਕਰਦੀਆਂ। ਬਿਲਕੁਲ, ਜਦੋਂ ਅਸੀਂ ਬਿਲਕੁਲ ਸਹੀ ਗੱਲ ਹੈ ਟਿਕੈਤ ਸਾਹਿਬ ਦੀ ਕਿ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਕਾਰਾਂ ਜੇ ਗੱਲਬਾਤ ਕਿੱਦਾਂ ਕਰਨਗੀਆਂ ਜੇ ਸੰਸਦ ਦੇ ਵਿੱਚ ਕੰਪਨੀਆਂ ਵਿਰਾਜਮਾਨ ਹੋਣਗੀਆਂ। ਬਿਲਕੁਲ ਜੀ।
ਔਰ ਇਸੇ ਤਰ੍ਹਾਂ ਦਾ ਇੱਕ ਬਹੁਤ ਵੱਡਾ ਬਿਆਨ ਜਿਹੜਾ ਉਹ ਰਾਜੇਵਾਲ ਸਾਹਿਬ ਨੇ ਦਿੱਤਾ। ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਜਿਹੜੇ ਨੇ ਉਹ ਭਾਰਤ ਲਈ ਪਾਕਿਸਤਾਨ ਤੋਂ ਵੀ ਵੱਡਾ ਖਤਰਾ ਨੇ। ਜੀ ਬਿਲਕੁਲ, ਕਿਉਂਕਿ ਰਾਜੇਵਾਲ ਸਾਹਿਬ ਦਾ ਇਹ ਬਿਆਨ ਆਉਣਾ ਸੁਭਾਵਿਕ ਹੈ ਕਿ ਜੋ ਜਿੰਨਾ ਇੰਤਜ਼ਾਰ ਕਿਸਾਨਾਂ ਨੇ ਕੀਤਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ, ਪਰ ਸਰਕਾਰ ਜਿਹੜੀ ਹੈ ਲਗਾਤਾਰ ਉਹਨਾਂ ਦਾ ਇੱਕ ਤਰੀਕੇ ਨਾਲ ਕਿਸਾਨਾਂ ਦੀ ਜਿਹੜੀ ਛਵੀ ਹੈ ਉਸ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਸ਼ਰਾਰਤੀ ਅਨਸਰ ਕਹਿ ਲਓ ਜਾਂ ਸਰਕਾਰ ਦਾ ਜੋ ਪਲਾਨ ਸੀਗਾ ਕਿ ਕਿਸਾਨਾਂ ਦੇ ਇਸ ਸੰਘਰਸ਼ ਨੂੰ ਖਤਮ ਕੀਤਾ ਜਾਵੇ ਜਾਂ ਇਸ ਨੂੰ ਇਸ ਤਰੀਕੇ ਨਾਲ ਦਿਖਾਇਆ ਜਾਵੇ ਕਿ ਹੁਣ ਕਿਸਾਨ ਅੰਦੋਲਨ ਦੇ ਵਿੱਚ ਉਹ ਜਜ਼ਬਾ ਨਹੀਂ ਰਿਹਾ ਔਰ ਇਹ ਕ੍ਰਾਂਤੀ ਜਿਹੜੀ ਆ ਹੌਲੀ ਹੌਲੀ ਖਤਮ ਹੋ ਚੁੱਕੀ ਹੈ। ਸੋ ਇਸ ਨੂੰ ਦੇਖਦੇ ਹੋਏ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਕਿਸਾਨਾਂ ਦੇ ਨਾਲ ਦੁਬਾਰਾ ਜੁੜ ਰਹੇ ਨੇ। ਬਿਲਕੁਲ ਜੀ, ਦੇਖੋ ਜੇਕਰ ਅਸੀਂ ਇੱਕ ਆਮ ਨਾਗਰਿਕ ਦੇ ਤੌਰ ਦੇ ਉੱਤੇ ਗੱਲਬਾਤ ਕਰੀਏ, ਜੇ ਅਸੀਂ ਇੱਕ ਨਿਊਟਰਲ ਪੱਖ ਲਈਏ ਤਾਂ ਉਹਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ, ਇੱਕ ਤਰਾਜ਼ੂ ਦੇ ਵਿੱਚ ਤੋਲਦੇ ਹਾਂ, ਤਾਂ ਜਿਹੜੀਆਂ ਗੱਲਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਸਾਡੀ ਸਮਝ ਵਿੱਚ ਵੀ ਆ ਜਾਂਦੀਆਂ ਨੇ। ਬਿਲਕੁਲ, ਤੁਸੀਂ ਦੇਖੋ ਕਮਲ ਜੀ ਕਿ ਇੱਕ ਪਾਸੇ ਕਿਸਾਨ ਵਿਚਾਰੇ ਅੱਜ ਵੀ ਦਿੱਲੀ ਦੀ ਗੱਲ ਕਰ ਲਓ, ਸਿੰਘੂ ਬਾਰਡਰ ਦੀ ਗੱਲ ਕਰ ਲਓ, ਅੱਜ ਵੀ ਉੱਥੇ ਡਟੇ ਹੋਏ ਨੇ। ਦੂਸਰੇ ਪਾਸੇ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਦੇ ਸਾਹਮਣੇ ਔਰ ਸਾਡੇ ਸਭ ਦੇ ਸਾਹਮਣੇ ਇਹ ਵੀ ਹੈ ਕਿ ਦੁਨੀਆ ਦੇ ਵਿੱਚ ਇਸ ਟਾਈਮ ਜੋ ਮਾਹੌਲ ਬਣਿਆ ਹੋਇਆ ਕਰੋਨਾ ਵਾਇਰਸ ਦਾ, ਜੋ ਮਹਾਮਾਰੀ ਇਹ ਫੈਲੀ ਹੋਈ ਹੈ, ਇਸ ਦੇ ਬਾਵਤ ਵੀ ਸਰਕਾਰਾਂ ਦੀਆਂ ਅੱਖਾਂ ਜਿਹੜੀਆਂ ਨਹੀਂ ਖੁੱਲ੍ਹ ਰਹੀਆਂ ਔਰ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਹਾਲਾਤ ਉਸੇ ਤਰ੍ਹਾਂ ਦੇ ਬਣੇ ਹੋਏ ਆ। ਬਿਲਕੁਲ ਜੀ ਦੇਵ ਜੀ, ਤੁਸੀਂ ਗੱਲ ਕੀਤੀ ਹੈ ਕਿ ਦੇਸ਼ ਦੇ ਵਿੱਚ ਇੱਕ ਆਰਥਿਕ ਮੰਦਹਾਲੀ ਦਾ ਦੌਰ ਜਿਹੜਾ ਜਿਹਦੇ ਵਿੱਚ ਸਰਕਾਰ ਨੇ ਕਰੋਨਾ ਨੂੰ ਇੱਕ ਬਹੁਤ ਵੱਡਾ ਕਾਰਨ ਦੱਸਿਆ ਹੈ ਕਿ ਉਹਦੇ ਨਾਲ ਜਿਹੜੀ ਆਰਥਿਕ ਹਾਲਤ ਹੈ ਦੇਸ਼ ਦੀ, GDP ਜਿਹੜੀ ਹੈ ਨਾ, ਉਹ ਲਗਾਤਾਰ ਥੱਲੇ ਵੱਲ ਨੂੰ ਜਾ ਰਹੀ ਹੈ। ਲੇਕਿਨ ਦੂਜੇ ਪਾਸੇ ਅਗਰ ਜੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਅਡਾਨੀ ਸਾਹਿਬ ਦੀ ਜਿਹੜੀ ਇਨਕਮ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਔਰ ਇਸ ਵੇਲੇ ਉਹ ਦੁਨੀਆ ਦੇ ਨੰਬਰ 1 ਦੀ ਪੋਜੀਸ਼ਨ ਤੇ ਪਹੁੰਚਣ ਵਾਲੇ ਨੇ ਔਰ ਉਹਨਾਂ ਦੀ ਜਿਹੜੀ ਆਮਦਨੀ ਹੈ ਉਹ ਇਸੇ ਦੌਰ ਦੇ ਵਿੱਚ 50% ਤੋਂ ਵੀ ਜ਼ਿਆਦਾ ਵੱਧ ਗਈ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਸੇ ਤਰ੍ਹਾਂ ਹੀ ਹੈ ਜੀ। ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ, ਇਹ ਦੇਖਣ ਵਾਲੀ ਗੱਲ ਹੈ ਕਿ ਹੁਣ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝ ਵੀ ਰਹੇ ਨੇ ਜਾਂ ਨਹੀਂ ਸਮਝ ਰਹੇ, ਕਿਉਂਕਿ ਇਹ ਬਹੁਤ ਵੱਡਾ ਸਵਾਲ ਹੈ ਦੇਸ਼ ਦੇ ਸਾਹਮਣੇ ਕਿ ਇੱਕ ਪਾਸੇ ਤਾਂ ਇਹ ਦਾਅਵੇ ਕੀਤੇ ਜਾਂਦੇ ਆ ਕਿ ਮਾਸਕ ਪਾਓ ਜੀ, ਮਾਸਕ ਦਾ ਜੋ ਸੋਸ਼ਲ ਡਿਸਟੈਂਸਿੰਗ ਰੱਖੋ ਔਰ ਜੋ ਵੀ ਸਾਨੂੰ ਗੱਲਾਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ, ਨਿਰਦੇਸ਼ ਔਰ ਗਾਈਡਲਾਈਨਸ ਗਵਰਨਮੈਂਟ ਵੱਲੋਂ ਜਾਰੀ ਕੀਤੇ ਜਾਂਦੇ ਨੇ, ਪਰ ਉਹਨਾਂ ਦੀ ਸਾਫ਼ ਧੱਜੀਆਂ ਜਿਹੜੀਆਂ ਉੱਡਦੀਆਂ ਉਹ ਆਪਾਂ ਦੇਖ ਸਕਦੇ ਹਾਂ ਨਾ ਰੈਲੀਆਂ ਦੇ ਵਿੱਚ। ਬਿਲਕੁਲ, ਵੈਸੇ ਮੈਂ ਜਿਹੜੀ ਗੱਲ ਕਹੀ ਸੀ ਨਾ ਦੇਵ ਜੀ ਅਡਾਨੀ ਸਾਹਿਬ ਵਾਲੀ, ਉਹ ਮੇਰਾ ਬਿਆਨ ਨਹੀਂ ਸੀ ਜੀ। ਕਿਸ ਤਰ੍ਹਾਂ ਹੋ ਸਕਦਾ? ਇਹ ਰਾਹੁਲ ਗਾਂਧੀ ਦਾ ਬਿਆਨ ਹੈ। ਰਾਹੁਲ ਗਾਂਧੀ ਦਾ ਬਿਆਨ ਜੀ ਬਿਲਕੁਲ ਉਹ ਤਾਂ ਜੀ ਰਾਹੁਲ ਗਾਂਧੀ ਜੀ, ਜਿੱਥੇ ਤੱਕ ਅਸੀਂ ਗੱਲ ਕਰਦੇ ਹਾਂ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਅਕਸਰ ਨਾ ਲੋਕਾਂ ਦੇ ਵਿੱਚ ਨਾ ਇਹ ਕਹਿ ਲਓ ਵੀ ਇੱਕ ਭਰਮ ਜਿਹਾ ਹੁੰਦਾ ਕਿ ਸਿਆਸੀ ਪਾਰਟੀਆਂ ਸਿਰਫ ਵਾਰ ਪਲਟਵਾਰ ਤੱਕ ਹੀ ਸੀਮਿਤ ਹੁੰਦੀਆਂ, ਪਰ ਅਕਸਰ ਦੇਖਣ ਨੂੰ ਇਹ ਵੀ ਆਉਂਦਾ ਹੈ ਕਿ ਸਰਕਾਰਾਂ ਦੇ ਵਿੱਚ ਇਹ ਗੱਲ ਵੀ ਹੁੰਦਾ ਕਿ ਸਰਕਾਰਾਂ ਦੇ ਆਪਣੇ ਹੀ ਕੁਝ ਸਾਥੀ ਜਿਹੜੇ ਆ ਉਹ ਵੀ ਜਦੋਂ ਥੱਕ ਹਾਰ ਕੇ ਕਹਿ ਲਓ ਜਾਂ ਉਹਨਾਂ ਤੋਂ ਕੰਟਰੋਲ ਤੋਂ ਬਾਹਰ ਜਦੋਂ ਗੱਲ ਹੋ ਜਾਂਦੀ ਹੈ ਤਾਂ ਉਹ ਵੀ ਆਪਣੀ ਸਿਆਸੀ ਪਾਰਟੀ ਨੂੰ ਜਾਂ ਆਪਾਂ ਕਹੀਏ ਆਪਣੇ ਸਵਾਰਥ ਨੂੰ ਛੱਡ ਕੇ ਹੱਕ ਤੇ ਸੱਚ ਦੀ ਆਵਾਜ਼ ਦੇ ਲਈ ਖੜੇ ਹੋ ਜਾਂਦੇ ਨੇ, ਬੁਲੰਦ ਕਰਨ ਦੇ ਲਈ ਅੱਗੇ ਆਉਂਦੇ ਨੇ। ਜਿਵੇਂ ਕਿ ਯਸ਼ਵੰਤ ਸਿਨਹਾ ਜੀ ਦੀ ਆਪਾਂ ਐਗਜ਼ਾਮਪਲ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਹੁਣ ਤ੍ਰਿਣਮੂਲ ਕਾਂਗਰਸ ਜੁਆਇਨ ਕਰ ਲਈ ਹੈ ਔਰ ਇਹ ਭਾਜਪਾ ਲਈ ਬਹੁਤ ਵੱਡਾ ਝਟਕਾ, ਕਿਉਂਕਿ ਉਹ ਸ਼ੁਰੂ ਤੋਂ ਭਾਜਪਾ ਦੇ ਬਾਰੇ ਖੁੱਲ੍ਹ ਕੇ ਬੋਲਦੇ ਸੀ ਔਰ ਭਾਜਪਾ ਸਰਕਾਰ ਦੇ ਬਾਰੇ ਜੋ ਵੀ ਉਹਨਾਂ ਦੇ ਵਿਚਾਰ ਸੀ ਉਹਨਾਂ ਨੂੰ ਸਾਹਮਣੇ ਰੱਖਦੇ ਸੀ। ਸੋ ਅੱਜ ਉਹਨਾਂ ਦਾ ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਾ ਇਹ ਵੀ ਬੰਗਾਲ ਦੇ ਚੁਣਾਵਾਂ ਦੇ ਵਿੱਚ ਜਾਂ ਚੋਣਾਂ ਦੇ ਵਿੱਚ ਇੱਕ ਨਵਾਂ ਰੂਪ ਲੈ ਕੇ ਆ ਸਕਦਾ। ਬਿਲਕੁਲ, ਤੁਸੀਂ ਸਹੀ ਕਿਹਾ ਕਿ ਉਹ ਅਟਲ ਬਿਹਾਰੀ ਵਾਜਪੇਈ ਜਿਹੜੇ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਸੀ, ਉਹਨਾਂ ਦੀ ਸਰਕਾਰ ਵੇਲੇ ਸਾਬਕਾ ਕੇਂਦਰੀ ਮੰਤਰੀ ਰਹੇ ਨੇ ਔਰ ਯਸ਼ਵੰਤ ਸਿਨਹਾ ਨੂੰ ਸ਼ਾਇਦ ਉਸ ਤੋਂ ਬਾਅਦ ਮੋਦੀ ਸਰਕਾਰ ਦੇ ਵਿੱਚ ਉਹ ਸਥਾਨ ਨਹੀਂ ਮਿਲਿਆ ਔਰ ਅੱਜ ਉਹ ਤ੍ਰਿਣਮੂਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਔਰ ਉਹਨਾਂ ਦਾ ਬਿਆਨ ਇਹ ਵੀ ਹੈ ਕਿ ਜੇ ਤ੍ਰਿਣਮੂਲ ਕਾਂਗਰਸ ਇਸ ਵੇਲੇ ਜਿੱਤਦੀ ਹੈ ਤਾਂ ਮੋਦੀ ਸਰਕਾਰ ਦੀ ਜਿਹੜੇ ਦੁਬਾਰਾ ਤੋਂ ਇਲੈਕਸ਼ਨ ਹੋਣੇ ਨੇ, ਹਿੰਦੁਸਤਾਨ ਦੇ ਲੋਕ ਸਭਾ ਦੇ ਇਲੈਕਸ਼ਨ ਹੋਣੇ ਨੇ 2024 ਦੇ ਵਿੱਚ, ਤਾਂ ਉਹਦੇ 'ਚ ਇੱਕ ਇਹ ਕੀਲ ਠੋਕਣ ਦਾ ਕੰਮ ਹੋਏਗਾ ਉਹਨਾਂ ਦੀ ਹਾਰ ਦੇ ਵਿੱਚ। ਇਹ ਉਹਨਾਂ ਦਾ ਬਿਆਨ ਹੈ। ਬਿਲਕੁਲ, ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਲੋਕ ਕਿਹਦਾ ਸਾਥ ਦਿੰਦੇ ਨੇ, ਕਿਸ ਸਰਕਾਰ ਵੱਲ ਜਾਂ ਕਿਸ ਸਰਕਾਰ 'ਤੇ ਆਪਣਾ ਵਿਸ਼ਵਾਸ ਜਿਹੜਾ ਉਹ ਜ਼ਾਹਿਰ ਕਰਦੇ ਨੇ। ਪਰ ਕਿਤੇ ਨਾ ਕਿਤੇ ਭਾਜਪਾ ਦੇ ਖੇਮੇ ਦੇ ਵਿੱਚ ਵੀ ਇਹ ਖਬਰ ਜਿਹੜੀ ਅੱਗ ਵਾਂਗੂ ਫੈਲ ਚੁੱਕੀ ਆ ਔਰ ਉੱਥੇ ਵੀ ਜਿਹੜੇ ਵਾਰ ਪਲਟਵਾਰ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ, ਉਹ ਸਿਲਸਿਲਾ ਉਹ ਬਿਆਨਾਂ ਦਾ ਦੌਰ ਜਿਹੜਾ ਉਹ ਦੁਬਾਰਾ ਸ਼ੁਰੂ ਹੋ ਚੁੱਕਾ। ਬਿਲਕੁਲ ਜੀ, ਦੇਖੋ ਬਿਆਨਬਾਜ਼ੀਆਂ ਤਾਂ ਚੱਲਦੀਆਂ ਰਹਿੰਦੀਆਂ ਨੇ, ਲੇਕਿਨ ਕੋਈ ਵੀ ਸਰਕਾਰ ਹੋਵੇ ਦੇਵ ਜੀ, ਮੈਂ ਤਾਂ ਅਕਸਰ ਇਹੀ ਦੇਖਦਾ ਕਿ ਬਿਆਨਬਾਜ਼ੀਆਂ ਹੀ ਚੱਲਦੀਆਂ ਨੇ। ਜਦੋਂ ਕਿ ਕਾਂਗਰਸ ਆਉਂਦੀ ਹੈ ਤਾਂ ਬੀਜੇਪੀ ਵਾਲੇ ਜਿਹੜੇ ਉਹ ਬਿਆਨਬਾਜ਼ੀਆਂ ਕਰਦੇ ਨੇ, ਤੇ ਜਦੋਂ
ਹੁਣ ਬੀਜੇਪੀ ਦੀ ਸਰਕਾਰ ਆ ਚੁੱਕੀ ਹੈ ਤਾਂ ਫਿਰ ਕਾਂਗਰਸ ਵਾਲੇ ਬਿਆਨਬਾਜ਼ੀ ਕਰਦੇ ਨੇ, ਲੇਕਿਨ ਆਮ ਲੋਕ ਕਿੱਥੇ ਠਹਿਰਦੇ ਨੇ? ਆਮ ਲੋਕਾਂ ਨੂੰ ਇਹਨਾਂ ਦੀ ਬਿਆਨਬਾਜ਼ੀਆਂ ਦੇ ਨਾਲ ਆਖਿਰਕਾਰ ਕੀ ਫਾਇਦਾ ਹੈ, ਇਹ ਅੱਜ ਤੱਕ ਸਾਨੂੰ ਸਮਝ ਨਹੀਂ ਲੱਗਾ। ਔਰ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਚਾਹੇ ਕੋਈ ਵੀ ਸਰਕਾਰ ਹੋਏ, ਜੇਕਰ ਦੇਖਿਆ ਜਾਏ ਤਾਂ ਉਹ ਸਿਰਫ ਆਪਣੇ ਫਾਇਦੇ ਜਾਂ ਆਪਣੇ ਲੋਕਾਂ ਦੇ ਪ੍ਰਤੀ ਜਿਹੜੇ ਫਾਇਦੇ ਨੇ, ਜਿਹੜੇ ਉਹਨਾਂ ਦੇ ਕਰੀਬੀ ਹੁੰਦੇ ਨੇ, ਉਹਨਾਂ ਨੂੰ ਜ਼ਿਆਦਾ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ। ਤੁਸੀਂ ਕੀ ਕਹਿੰਦੇ ਹੋ? ਬਿਲਕੁਲ ਇਹ ਸਹੀ ਗੱਲ ਹੈ, ਕਿਉਂਕਿ ਆਮ ਲੋਕਾਂ ਦੇ ਜੋ ਮੁੱਦੇ ਨੇ, ਪੈਟਰੋਲ ਡੀਜ਼ਲ ਦੀ ਗੱਲ ਕਰੀਏ, ਮਹਿੰਗਾਈ ਦੀ ਗੱਲ ਆਪਾਂ ਕਰ ਸਕਦੇ ਹਾਂ, ਔਰਤਾਂ ਦੀ ਸੁਰੱਖਿਆ ਦੀ ਗੱਲ ਕਰੀਏ, ਦੇਸ਼ ਦੇ ਵਿੱਚ ਅਸੀਂ ਬਹੁਤ ਸਾਰੇ ਇੱਦਾਂ ਦੇ ਮੁੱਦੇ ਦੇਖਦੇ ਹਾਂ, ਆਏ ਦਿਨ ਉਹਨਾਂ ਦੇ ਉੱਪਰ ਚਰਚਾ ਵੀ ਹੁੰਦੀ ਹੈ, ਨਵੀਆਂ ਗੱਲਾਂ, ਔਰ ਸਰਕਾਰੀ ਸਿਆਸੀ ਪਾਰਟੀਆਂ ਵੱਲੋਂ ਬਹੁਤ ਵੱਡੇ ਦਾਅਵੇ ਵੀ ਕੀਤੇ ਜਾਂਦੇ ਆ, ਜਿਹਨੂੰ ਆਪਾਂ ਖੋਖਲੇ ਦਾਅਵੇ ਕਵਾਂਗੇ ਕਿ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਲੋਕਾਂ ਨਾਲ ਜੁੜੇ ਗੰਭੀਰ ਮਸਲੇ, ਮੁੱਦੇ ਉਸੇ ਤਰ੍ਹਾਂ ਹੀ ਰਹਿ ਜਾਂਦੇ ਨੇ। ਇਹ ਬਿਲਕੁਲ ਸੱਚੀ ਗੱਲ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮਾਹੌਲ ਅਜੇ ਚੱਲ ਰਿਹਾ, ਗੱਲ ਫਿਰ ਉਹੀ ਕਰੋਨਾ ਦੀ ਹੋਏਗੀ ਕਿ ਜਿਸ ਮਹਾਮਾਰੀ ਦੇ ਵਿੱਚ ਅਸੀਂ ਅੱਜ ਸਾਰੇ ਕਰੋਨਾ ਨੂੰ ਫੇਸ ਕਰ ਰਹੇ ਹਾਂ, ਔਰ ਅਸੀਂ ਆਪ ਵੀ ਸੁਰੱਖਿਅਤ ਰਹਿਣਾ, ਆਪਣੇ ਸਮਾਜ ਨੂੰ ਵੀ, ਪਰਿਵਾਰ ਨੂੰ ਵੀ ਸੁਰੱਖਿਅਤ ਰੱਖਣਾ ਹੈ। ਇਹ ਵੀ ਸਾਡੇ ਸਾਹਮਣੇ ਇੱਕ ਚੁਣੌਤੀ ਹੈ। ਮੈਂ ਤੁਹਾਨੂੰ ਕੁਝ ਅੰਕੜੇ ਦੱਸਣਾ ਚਾਹੂੰਗਾ ਕਿ ਇਸ ਵਕਤ ਦੀ ਜੋ ਸਥਿਤੀ ਹੈ ਉਸ ਨੂੰ ਦੇਖਦੇ ਹੋਏ ਦੇਸ਼ ਦੇ ਵਿੱਚ 24,320 ਜਿਹੜੇ ਨਵੇਂ ਮਾਮਲੇ ਹੈ ਉਹ ਦਰਜ ਕੀਤੇ ਗਏ ਨੇ। 161 ਮੌਤਾਂ ਹੋ ਚੁੱਕੀਆਂ ਨੇ। ਜੇ ਪੰਜਾਬ ਦੀ ਆਪਣੇ ਸੂਬੇ ਦੀ ਗੱਲ ਕਰੀਏ ਤਾਂ 22 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਜਿਹੜਾ ਉਹ ਦੂਸਰੇ ਨੰਬਰ ਤੇ ਆ ਚੁੱਕਿਆ, ਜਿੱਥੇ ਭਾਰਤ ਪਹਿਲਾਂ ਦੂਜੇ ਸਥਾਨ ਤੇ ਸੀ, ਹੁਣ ਬ੍ਰਾਜ਼ੀਲ ਆ ਚੁੱਕਿਆ। ਔਰ ਉੱਥੇ ਇੰਨਾ ਜ਼ਿਆਦਾ ਇਸ ਮਹਾਮਾਰੀ ਦੇ ਕਰਕੇ ਲੋਕ ਜਿਹੜਾ ਸਫਰ ਕਰ ਰਹੇ ਨੇ। ਅੱਛਾ, ਮਤਲਬ ਅਸੀਂ ਥੋੜੀ ਜੀ ਆਪਣੇ ਵੱਲ ਦੀ ਗੱਲ ਸਮਝੀਏ ਕਿ ਵੀ ਸਾਡੇ ਦੇਸ਼ 'ਚ ਥੋੜੀ ਜੀ ਤੇ ਕਰੋਨਾ ਦੀ ਠੱਲ ਪਈ ਹੈ। ਪਰ ਇੱਕ ਗੱਲ ਜਿਹੜਾ ਤੁਸੀਂ ਆંકੜਾ ਦੱਸਿਆ ਕਿ ਇਸ ਵੇਲੇ 24,320 ਨਵੇਂ ਕੇਸ ਜਿਹੜੇ ਆ ਚੁੱਕੇ ਨੇ, ਇਹਦੇ ਨਾਲ ਇਹ ਵੀ ਗੱਲ ਹੈ ਕਿ ਪਿਛਲੇ 84 ਦਿਨਾਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਸੰਖਿਆ ਹੈ, ਸਭ ਤੋਂ ਜ਼ਿਆਦਾ ਸੰਖਿਆ ਹੈ। ਬਿਲਕੁਲ। ਔਰ ਹਾਲ ਹੀ ਦੇ ਵਿੱਚ ਤੁਸੀਂ ਲੈ ਲਓ ਕਿ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਆਮ ਲੋਕਾਂ ਦੀ ਨਹੀਂ, ਬਲਕਿ ਕੁਝ ਖਾਸ ਲੋਕ, ਔਰ ਖਾਸ ਤੌਰ ਦੇ ਉੱਤੇ ਉਹ ਫਰੰਟ ਲਾਈਨ ਵਾਲੇ ਲੋਕ ਜਿਹੜੇ ਕਿ ਦੇਸ਼ ਦੀ ਸੇਵਾ ਕਰਦੇ ਨੇ, ਸਾਡੀ ਰੱਖਿਆ ਕਰਦੇ ਨੇ, ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ DSP ਨੇ ਵਰਿੰਦਰਪਾਲ ਸਿੰਘ ਸ਼ਾਹਕੋਟ ਤੋਂ, ਉਹ ਵੀ ਕਰੋਨਾ ਦੀ ਚਪੇਟ ਦੇ ਵਿੱਚ ਆ ਗਏ ਨੇ ਤੇ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ। ਜੀ ਬਿਲਕੁਲ। ਔਰ ਖ਼ਾਸ ਤੌਰ 'ਤੇ ਆਪਾਂ ਜੇ ਇਹਨਾਂ ਸਾਰੇ ਮਸਲਿਆਂ ਨੂੰ ਦੇਖੀਏ, ਜਿਵੇਂ ਸ਼ਾਹਕੋਟ ਦੀ ਤੁਸੀਂ ਗੱਲ ਕੀਤੀ, ਅਸੀਂ ਪੰਜਾਬ ਦੀ ਗੱਲ ਕੀਤੀ, ਅਸੀਂ ਦੁਨੀਆ ਦੀ ਗੱਲ ਕੀਤੀ, ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਪੰਜਾਬੀ ਵਸ ਰਹੇ ਨੇ, ਸਾਡੇ NRI ਵੀਰ ਜਿਹੜੇ ਬਾਹਰ ਸਾਨੂੰ ਬੈਠੇ ਸਾਨੂੰ ਦੇਖ ਰਹੇ ਨੇ, ਉਹਨਾਂ ਦਾ ਵੀ ਧਿਆਨ ਇਹਨਾਂ ਮੁੱਦਿਆਂ ਦੇ ਉੱਪਰ, ਖਾਸ ਤੌਰ 'ਤੇ ਕਿਸਾਨੀ ਅੰਦੋਲਨ ਦੇ ਉੱਪਰ ਟਿਕਿਆ ਹੋਇਆ, ਕਿਉਂਕਿ ਦੇਸ਼ ਦੇ ਵਿੱਚ ਇਸ ਟਾਈਮ, ਸਾਡੇ ਦੇਸ਼ ਦੇ ਵਿੱਚ, ਸਾਡੇ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਸਭ ਤੋਂ ਵੱਡੀ ਇਮਤਿਹਾਨ ਦੀ ਘੜੀ ਹੈ ਸਾਡੇ ਦੇਸ਼ ਵਾਸਤੇ। ਬਿਲਕੁਲ। ਔਰ ਖਾਸ ਤੌਰ 'ਤੇ ਇੱਕ ਚੀਜ਼ ਸਾਡੇ ਸਾਰਿਆਂ ਦੇ ਸਾਹਮਣੇ ਇਹ ਹੈ ਕਿ ਅਸੀਂ ਇਸ ਖਤਰਨਾਕ ਮਾਹੌਲ ਦੇ ਵਿੱਚ ਅਸੀਂ ਕਿਵੇਂ ਆਪਣੇ ਦੇਸ਼ ਨੂੰ ਬਚਾਉਣਾ, ਆਪਣੇ ਆਪ ਨੂੰ ਬਚਾਉਣਾ, ਔਰ ਆਪਣੇ ਸਮਾਜ ਦੀ ਰੱਖਿਆ ਕਰਨੀ ਹੈ। ਅੱਛਾ ਦੇਵ ਜੀ, ਇੱਥੇ ਕੁਝ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਇਹ ਮਾਹੌਲ ਕੁਝ ਇਸ ਤਰ੍ਹਾਂ ਦਾ ਹੈ, ਕਈ ਵਾਰ ਤਾਂ ਲੋਕਾਂ ਦੇ ਵਿੱਚ ਸੁਣਨ 'ਚ ਇਹ ਵੀ ਆ ਰਿਹਾ ਹੈ ਕਿ ਵੀ ਇਹ ਜਿਹੜੇ ਮਾਹੌਲ ਨੇ ਇਹ ਬਣਾਏ ਜਾ ਰਹੇ ਨੇ, ਕਿਉਂਕਿ ਸਰਕਾਰਾਂ ਉਸ ਵੇਲੇ ਜਦੋਂ ਉਹਨਾਂ ਦਾ ਆਪਣਾ ਟਾਈਮ ਆਉਂਦਾ, ਯਾਨੀ ਇਲੈਕਸ਼ਨ ਦਾ ਟਾਈਮ ਆਉਂਦਾ, ਤੇ ਉਸ ਵੇਲੇ ਉਹ ਕਰੋਨਾ ਖਤਮ ਕਰ ਦਿੰਦੀ ਹੈ। ਉਹੀ ਗੱਲ ਜਿਹੜੀ ਆਪਾਂ ਕੀਤੀ ਸੀਗੀ ਕਿ ਮਾਸਕ ਜਿਹੜਾ ਹੈ, ਗਾਈਡਲਾਈਨਸ ਜਿਹੜੀਆਂ ਦਿੱਤੀਆਂ ਜਾਂਦੀਆਂ ਲੋਕਾਂ ਨੂੰ, ਪਰ ਸ਼ਰੇਆਮ ਧੱਜੀਆਂ ਜਿਹੜੀਆਂ ਸਰਕਾਰਾਂ ਵੱਲੋਂ ਉਡਾਈਆਂ ਜਾਂਦੀਆਂ ਨੇ, ਹੈ ਨਾ। ਤੇ ਔਰ ਉਸ ਤੋਂ ਬਾਅਦ ਜਦੋਂ ਕਿ ਲੋਕੀ ਕੋਈ ਮੰਗ ਰੱਖਦੇ ਨੇ ਆਪਣੀ, ਜਾਂ ਲੋਕਾਂ ਨੇ ਕੋਈ ਐਜੀਟੇਸ਼ਨ ਕਰਨਾ ਹੁੰਦਾ, ਲੋਕਾਂ ਨੇ ਕੋਈ ਅੰਦੋਲਨ ਕਰਨਾ ਹੁੰਦਾ, ਤਾਂ ਉਸ ਵੇਲੇ ਇਹ ਗੱਲ ਫੈਲਾਈ ਜਾਂਦੀ ਹੈ ਕਿ ਕਰੋਨਾ ਜਿਹੜਾ ਉਹ ਬਹੁਤ ਜ਼ਿਆਦਾ ਫੈਲ ਗਿਆ, ਇਸ ਕਰਕੇ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਜਾਣ। ਬਿਲਕੁਲ। ਜੇ ਗੱਲ ਕੀਤੀ ਜਾਵੇ ਵੈਕਸੀਨੇਸ਼ਨ ਦਾ ਵੀ ਅੱਜ ਤੱਕ ਕਨਸੈਪਟ ਜਿਹੜਾ ਕਈ ਲੋਕਾਂ ਨੂੰ ਕਲੀਅਰ ਨਹੀਂ ਹੋਇਆ। ਬਹੁਤ ਸਾਰੇ ਦਾਅਵੇ ਵੀ ਕੀਤੇ ਜਾਂਦੇ ਨੇ, ਔਰ ਬਹੁਤ ਸਾਰੇ ਅਜਿਹੇ ਕੇਸਿਸ ਵੀ ਦੇਖਣ ਨੂੰ ਮਿਲੇ ਜਿੱਥੇ ਲੋਕਾਂ ਨੂੰ ਕਿਹਾ ਕੁਝ ਜਾਂਦਾ ਹੈ ਤੇ ਬਾਅਦ 'ਚ ਗੱਲ ਜਿਹੜੀ ਹੈ ਕੁਝ ਨਿਕਲ, ਕਿਉਂਕਿ ਅਸੀਂ ਆਮ ਤੌਰ 'ਤੇ ਆਪਣੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਜਾਣਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿੱਦਾਂ ਉੱਥੇ ਲੋਕ ਜਿਹੜੇ ਆ ਖੱਜਲ ਹੁੰਦੇ ਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਤੁਸੀਂ ਬਿਲਕੁਲ ਸਹੀ ਗੱਲ ਆਖੀ ਕਮਲ ਜੀ ਕਿ ਇਹ ਜਿਹੜਾ ਕਰੋਨਾ ਹੈ ਜਾਂ ਜੋ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਾਇਆ ਜਾਂਦਾ, ਇਹ ਵਾਕਈ ਸਰਕਾਰਾਂ ਵੱਲੋਂ ਹੀ ਸਾਰਾ ਕੁਝ ਕੀਤਾ ਜਾਂਦਾ। ਔਰ ਆਮ ਲੋਕਾਂ ਦੇ ਨਾਲ ਜਿਹੜੇ ਮਸਲੇ ਜੁੜੇ ਹੋਏ ਨੇ, ਉਹਨਾਂ ਤੋਂ ਸਿਰਫ ਸਾਡਾ ਧਿਆਨ ਜਿਹੜਾ ਭਟਕਾਉਣ ਵਾਸਤੇ ਇਹ ਸਭ ਸਾਜ਼ਿਸ਼ ਜਿਹੜੀ ਹੈ, ਇਹ ਪ੍ਰੀ ਪਲਾਨਡ ਤਰੀਕੇ ਨਾਲ ਕੀਤੇ ਜਾਂਦੇ ਕੰਮ ਨੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਵੀ ਇਹੀ ਕਹਾਂਗੇ ਕਿ ਕਰੋਨਾ ਮਹਾਮਾਰੀ ਜਿਹੜੀ ਹੈ ਪੂਰੇ ਵਿਸ਼ਵ ਦੇ ਵਿੱਚ ਫੈਲੀ ਹੋਈ ਹੈ, ਔਰ ਬਹੁਤ ਸਾਰੇ ਲੋਕਾਂ ਨੂੰ ਇਹਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ, ਤੇ ਤੁਸੀਂ ਇਹਨਾਂ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ, ਔਰ ਖਾਸ ਕਰਕੇ ਜਿਹੜੀਆਂ ਗਾਈਡਲਾਈਨ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਜ਼ਰੂਰ ਖਿਆਲ ਰੱਖਣਾ ਹੈ, ਕਿਉਂਕਿ ਇਹ ਐਜੀਟੇਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੇ ਹੱਕ ਨੇ ਉਹ ਸਾਨੂੰ ਤਾਂ ਹੀ ਮਿਲਣਗੇ ਜਦੋਂ ਅਸੀਂ ਸੁਰੱਖਿਅਤ ਹੋਵਾਂਗੇ, ਸਾਡੇ ਬੱਚੇ ਸੁਰੱਖਿਅਤ ਹੋਣਗੇ। ਚਲੋ ਅਗਲੀ ਗੱਲ ਅਸੀਂ ਕਰਦੇ ਹਾਂ ਕਿ ਦੇਖੋ ਜਿਸ ਤਰ੍ਹਾਂ ਦੇ ਨਾਲ ਦੇਸ਼ ਦੀ ਆਰਥਿਕ ਸਥਿਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਕਿ ਉੱਥੋਂ ਦੇ ਲੋਕ, ਉਹਨਾਂ ਕੋਲ ਕਿੰਨਾ ਕੁ ਪੈਸਾ ਆ ਰਿਹਾ ਹੈ ਨਾ, ਉਹਨਾਂ ਦੇ ਕੰਮਕਾਰ ਕਿੱਦਾਂ ਚੱਲ ਰਹੇ ਨੇ।
ਲੇਕਿਨ ਕੰਮਕਾਰ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜਿੱਥੇ ਅਸੀਂ ਹੁਣੇ ਕੰਮ ਦੀ ਗੱਲ ਕੀਤੀ ਕਿ ਕਰੋਨਾ ਦੇ ਨਾਲ ਬਹੁਤ ਸਾਰਾ ਕੰਮ ਪ੍ਰਭਾਵਿਤ ਹੋਇਆ ਹੈ। ਜੇ ਮੈਂ ਕਾਰ ਦੀ ਗੱਲ ਕਰਾਂ ਕਾਰ ਦੀ ਗੱਲ ਇਸ ਕਰਕੇ ਕਰਾਂਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਨਵੀਂ ਪਾਲਿਸੀ ਜਿਹੜੀ ਹੈ, ਨਵਾਂ ਬਿੱਲ ਹੈ ਦੇਵ ਜੀ, ਉਹ ਪੇਸ਼ ਕੀਤਾ ਗਿਆ ਹਾਲ ਹੀ ਦੇ ਵਿੱਚ, ਜਦੋਂ ਇਹ ਪਿੱਛੇ ਆਪਣਾ ਬਜਟ ਸੈਸ਼ਨ ਵੀ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਸੰਸਦ ਦੇ ਵਿੱਚ ਉਹਨਾਂ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਹਦੇ ਵਿੱਚ ਜਿਹੜੀ ਨਵੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਹੈ ਜੀ, ਤੇ ਨਾਲ ਹੀ ਨਾਲ ਉਹਦੇ ਜਿਹੜੀਆਂ ਪੁਰਾਣੀਆਂ ਕਾਰਾਂ ਨੇ ਜਿਹੜੀਆਂ ਕਿ 15 ਸਾਲ ਤੱਕ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹ ਵੈਲਿਡ ਹੁੰਦੀ ਹੈ, ਉਸ ਤੋਂ ਬਾਅਦ ਉਹਨੂੰ ਦੁਬਾਰਾ ਰੀਨਿਊ ਕਰਵਾਉਣਾ ਹੁੰਦਾ ਹੈ। ਤਾਂ ਇਹਨਾਂ ਦੋਨਾਂ ਦੀ ਜਿਹੜੀ ਫੀਸ ਹੈ ਉਹ ਸਰਕਾਰ ਵੱਲੋਂ ਇੱਕ ਬਿੱਲ ਪਾਸ ਕਰਕੇ ਇੰਨੀ ਕੁ ਜ਼ਿਆਦਾ ਵਧਾ ਦਿੱਤੀ ਗਈ ਹੈ ਕਿ ਆਮ ਲੋਕਾਂ ਦੇ ਹੱਥ 'ਚ ਕੰਮ ਤਾਂ ਪਹਿਲਾਂ ਨਹੀਂ, ਹੁਣ ਕਾਰ ਵੀ ਨਹੀਂ ਰਹਿਣੀ। ਹੁਣ ਇੱਕ ਹੋਰ ਜਿਹੜਾ ਨਵਾਂ ਬੋਝ ਜਿਹੜਾ ਉਹ ਲੋਕਾਂ ਦੇ ਉੱਪਰ ਸੁੱਟ ਦਿੱਤਾ ਸਰਕਾਰ ਨੇ, ਸੁੱਟ ਦਿੱਤਾ ਗਿਆ। ਹਾਲਾਂਕਿ ਜਦੋਂ ਬਜਟ ਸੈਸ਼ਨ ਚੱਲ ਰਿਹਾ ਸੀ ਤੇ ਸਾਡੇ ਮਨਪ੍ਰੀਤ ਬਾਦਲ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸਰਕਾਰ ਵੱਲੋਂ ਕੋਈ ਵੀ ਜਿਹੜਾ ਨਵਾਂ ਟੈਕਸ ਹੈ ਉਹਦਾ ਬੋਝ ਜਨਤਾ ਦੇ ਉੱਤੇ ਨਹੀਂ ਪਾਇਆ ਜਾ ਰਿਹਾ। ਪਰ ਇਹ ਇੱਕ ਜਿਹੜੀ ਗੱਲ ਹੈ ਉਹ ਬੜੀ ਉਗੜ ਕੇ ਸਾਹਮਣੇ ਆਈ ਹੈ ਔਰ ਇਸ ਚੀਜ਼ ਦਾ ਬੜਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਔਰ ਵਿਰੋਧ ਤੋਂ ਬਾਅਦ ਜਦੋਂ ਸਰਕਾਰ ਦਾ ਦੁਬਾਰਾ ਇਹ ਬਿਆਨ ਆਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਬਿੱਲ ਹੈ ਇਹ ਪਾਸ ਜ਼ਰੂਰ ਕਰ ਦਿੱਤਾ ਗਿਆ ਪਰ ਲਾਗੂ ਨਹੀਂ ਕੀਤਾ ਗਿਆ। ਜੀ ਬਿਲਕੁਲ, ਇਹ ਜਿਹੜੇ ਦਾਅਵੇ ਹੁੰਦੇ ਆ ਇਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਹਮੇਸ਼ਾ ਹੀ ਦੇਸ਼ ਦੇ ਲੋਕਾਂ ਨੂੰ ਸਰਕਾਰਾਂ ਤੋਂ ਉਮੀਦਾਂ ਹੁੰਦੀਆਂ ਨੇ ਕਿ ਹਰ ਸਾਲ ਤੋਂ ਬਾਅਦ ਜਿਹੜਾ ਇੱਕ ਬਜਟ ਆਏਗਾ ਔਰ ਕੀ ਉਹ ਬਜਟ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ, ਉਹਨਾਂ ਦੇ ਮਸਲਿਆਂ ਨੂੰ ਦੂਰ ਕਰਨ ਵਾਲਾ ਹੋਏਗਾ, ਕੀ ਉਹ ਬਜਟ ਖੁਸ਼ਹਾਲ ਹੋਏਗਾ ਜਾਂ ਫਿਰ ਉਹ ਸਿਰਫ ਖਾਨਾ ਪੂਰਤੀ ਦੀ ਗੱਲ ਹੀ ਹੋਏਗੀ ਜੋ ਸਾਫ਼-ਸਾਫ਼ ਦੇਖਣ ਨੂੰ ਮਿਲੀ। ਸੋ ਤੁਸੀਂ ਜਿਵੇਂ ਗੱਲ ਕੀਤੀ ਬਜਟ ਦੀ, ਇਸ ਬਜਟ ਦੇ ਵਿੱਚ ਹੋਰ ਵੀ ਬਹੁਤ ਗੱਲਾਂ ਆਖੀਆਂ ਗਈਆਂ ਕਿ ਇਹ ਬਜਟ ਜਿਹੜਾ ਖਾਸ ਤੌਰ ਤੇ ਐਗਰੀਕਲਚਰ ਜਿਹੜੀ ਫੀਲਡ ਹੈ ਉਸ ਦੇ ਲਈ ਬਹੁਤ ਫਾਇਦੇਮੰਦ ਹੋਏਗਾ। ਐਜੂਕੇਸ਼ਨ ਸੈਕਟਰ ਦੇ ਉੱਪਰ ਜ਼ੋਰ ਦੇਣ ਦੀ ਬਹੁਤ ਵੱਡੀ ਗੱਲ ਆਖੀ ਗਈ, ਬੁਢਾਪਾ ਪੈਨਸ਼ਨ ਦੀ ਗੱਲ ਹੋਈ। ਪਰ ਬਹੁਤ ਸਾਰੇ ਜਦੋਂ ਮਾਹਿਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜਾਂ ਲੋਕਾਂ ਦੇ ਵਿੱਚ ਵਿਚਲੇ ਜਾ ਕੇ ਤਾਂ ਸਾਨੂੰ ਦੇਖਣ ਨੂੰ ਇਹੀ ਮਿਲਿਆ ਕਿ ਇਹ ਬਜਟ ਜਿਹੜਾ ਹੈ ਇਹ ਸਿਰਫ ਇੱਕ ਆਮ ਬਜਟ ਵਾਂਗੂ ਹੀ ਸੀ, ਕੋਈ ਖਾਸ ਗੱਲਬਾਤ ਜਿਹੜੀ ਹੈ ਇਸ ਬਜਟ ਵਿੱਚ ਨਹੀਂ ਸੀ। ਆਪਾਂ ਇਸ ਨੂੰ ਖੁਸ਼ਹਾਲ ਬਜਟ ਤਾਂ ਬਿਲਕੁਲ ਵੀ ਨਹੀਂ ਕਰ ਸਕਦੇ। ਪਰ ਦੇਵ ਜੀ ਮੇਰੇ ਖਿਆਲ ਨਾਲ ਇੱਕ ਵਾਰੀ ਤਾਂ ਉਹਨਾਂ ਨੇ ਬਾਦਲ ਸਾਹਿਬ ਨੇ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਜਦੋਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਬੱਸਾਂ ਦੇ ਵਿੱਚ ਮੁਫਤ ਜਿਹੜੀ ਹੈ ਉਹ ਸਵਾਰੀ ਕੀਤੀ ਜਾਏਗੀ। ਲੇਕਿਨ ਅਗਲੇ ਦਿਨ ਹੀ ਜਦੋਂ ਅਖਬਾਰ ਦੀ ਖਬਰ ਆਈ ਕਿ ਇਹ ਜਿਹੜੀ ਖੁਸ਼ੀ ਦੀ ਲਹਿਰ ਉਹਨਾਂ ਦੇ ਵਿੱਚ ਦੌੜੀ ਹੈ ਉਹ ਤਾਂ ਹੀ ਦੌੜਦੀ ਰਹੇਗੀ ਜਦੋਂ ਪੰਜਾਬ ਸਰਕਾਰ ਦੀਆਂ ਬੱਸਾਂ ਸੜਕਾਂ ਤੇ ਦੌੜਨਗੀਆਂ। ਬਿਲਕੁਲ, ਕਹਿੰਦੇ ਆ ਨਾ ਜੀ ਕਿ ਦੂਰ ਕੇ ਢੋਲ ਹਮੇਸ਼ਾ ਸੁਹਾਵਨੇ ਲੱਗਤੇ ਹੈ। ਸੋ ਗੱਲ ਉਹੀ ਹੁੰਦੀ ਹੈ ਕਿ ਜ਼ਮੀਨੀ ਹਕੀਕਤ ਕੀ ਹੈ, ਗਰਾਊਂਡ ਲੈਵਲ ਤੇ ਕੀ ਕੁਝ ਹੋ ਰਿਹਾ ਹੈ ਇਹ ਤਾਂ ਸਰਕਾਰਾਂ ਸਭ ਜਾਣਦੀਆਂ ਨੇ, ਅਸੀਂ ਸਭ ਜਾਣਦੇ ਹਾਂ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਨੋ ਡਾਊਟ ਗੱਲਾਂ ਆਪਾਂ ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ। ਸੋ ਗੱਲਾਂ ਇਹ ਨੇ ਕਿ ਹੁੰਦਾ ਕੁਛ ਹੈ ਤੇ ਦਿਖਾਇਆ ਕੁਝ ਹੋਰ ਜਾਂਦਾ ਔਰ ਇਹ ਸਭ ਕੁਝ ਤਾਂ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ। ਸੋ ਕਿਤੇ ਨਾ ਕਿਤੇ ਇਹ ਵੀ ਗੱਲ ਜਿਹੜੀ ਹੈ ਸਿਆਸੀ ਪਾਰਟੀਆਂ ਵੱਲੋਂ, ਜਿਵੇਂ ਕਿਸਾਨਾਂ ਦੀ ਗੱਲ, ਭੋਲੇ ਭਾਲੇ ਕਿਸਾਨ ਜਿਹੜੇ ਨੇ ਉਹ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਵੀ ਅੱਜ ਜਾਗਰੂਕ ਹੋਣ ਦੀ ਲੋੜ ਹੈ ਕਿ ਉਹ ਆਪਣੀ ਮੰਗਾਂ ਵਾਸਤੇ ਜ਼ਰੂਰ ਲੜ ਰਹੇ ਨੇ, ਉਹਨਾਂ ਨੂੰ ਲੜਨਾ ਵੀ ਚਾਹੀਦਾ, ਪਰ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਵੀ ਦੁਬਾਰਾ ਕੋਸ਼ਿਸ਼ ਕਰ ਸਕਦੇ ਨੇ, ਸਾਜ਼ਿਸ਼ ਕਰ ਸਕਦੇ ਨੇ ਉਹਨਾਂ ਦੇ ਇਸ ਅੰਦੋਲਨ ਨੂੰ ਮੁੜ ਤੋਂ ਬਦਨਾਮ ਕਰਨ ਦੀ। ਵੈਸੇ ਦੇਵ ਜੀ ਤੁਸੀਂ ਜਿਹੜੀ ਗੱਲ ਦਾ ਜ਼ਿਕਰ ਕੀਤਾ ਕਿ ਭੋਲੇ ਭਾਲੇ ਕਿਸਾਨ, ਮੈਂ ਇਸ ਗੱਲ ਦੇ ਨਾਲ ਥੋੜਾ ਜਿਹਾ ਇਤਫਾਕ ਨਹੀਂ ਰੱਖਾਂਗਾ ਕਿਉਂਕਿ ਇਹ ਕਿਸਾਨ ਹੀ ਨੇ ਜਿਨ੍ਹਾਂ ਨੇ ਭੋਲੀ ਭਾਲੀ ਜਨਤਾ ਨੂੰ ਜਗਾਇਆ ਔਰ ਅੱਜ ਜੋ ਵੀ ਗੱਲਾਂ ਉਹ ਦੱਸ ਰਹੇ ਆ ਨਾ, ਜੇਕਰ ਆਮ ਲੋਕ ਉਹਨਾਂ ਦੇ ਵੱਲ ਅੱਜ ਨਾ ਹੋਏ ਤਾਂ ਭਵਿੱਖ ਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਉਹਨਾਂ ਆਮ ਲੋਕਾਂ ਨੂੰ ਪਏਗਾ। ਬਿਲਕੁਲ ਬਿਲਕੁਲ, ਅਸੀਂ ਤਾਂ ਇਹ ਗੱਲ ਆਮ ਤੌਰ ਤੇ ਸੁਣਦੇ ਹਾਂ, ਕਹਿੰਦੇ ਵੀ ਹਾਂ ਕਿ ਜਿਹੜਾ ਇਹ ਕਿਸਾਨ ਅੰਦੋਲਨ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਹੈ ਜੀ, ਇਹਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ, ਮੈਂ ਵੀ ਜੁੜਿਆ ਹਾਂ ਬਿਲਕੁਲ, ਔਰ ਅਸੀਂ ਸਾਰੇ ਜੁੜੇ ਹੋਏ ਬਿਲਕੁਲ। ਜੇ ਕਿਸਾਨਾਂ ਦਾ ਕੋਈ ਹੱਕ ਮਰੇਗਾ ਤਾਂ ਸਿਰਫ ਇਹਦਾ ਨੁਕਸਾਨ ਕਿਸਾਨਾਂ ਨੂੰ ਹੋਣ ਵਾਲਾ ਨਹੀਂ ਹੈ, ਇਹ ਸਾਰੇ ਦੇਸ਼ ਨੂੰ ਹੋਏਗਾ ਬਿਲਕੁਲ ਜੀ, ਕਿਉਂਕਿ ਇੱਕ ਅਸੀਂ ਸਾਰੇ ਇੰਟਰਲਿੰਕਡ ਹਾਂ ਜੀ। ਸੋ ਕੋਈ ਵੀ ਨਹੀਂ ਬਚੇਗਾ, ਸੋ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਬਿਲਕੁਲ ਜੀ। ਜੇ ਅਸੀਂ ਹੁਣ ਗੱਲ ਕਰੀਏ, ਤੁਸੀਂ ਕਾਰ ਦੀ ਗੱਲ ਕੀਤੀ, ਸਫ਼ਰ ਦੀ ਗੱਲ ਕੀਤੀ, ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਕਰੋਨਾ ਕਾਲ ਵਿੱਚ ਜਿਹੜਾ ਹਵਾਈ ਸਫ਼ਰ ਦੇ ਦੌਰਾਨ ਹੁਣ ਯਾਤਰੀਆਂ ਨੂੰ ਖਾਸ ਤੌਰ 'ਤੇ ਕੁਝ ਗਾਈਡਲਾਈਨਸ ਦਾ ਜਿਹੜਾ ਪਾਲਣ ਕਰਨਾ ਪਏਗਾ ਕਿਉਂਕਿ ਹਵਾਈ ਯਾਤਰੀਆਂ ਦੇ ਵਾਸਤੇ ਜਾਂ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਵਾਸਤੇ ਇਹ ਖਬਰ ਹੈ ਕਿ ਜੇ ਉਹ ਗਾਈਡਲਾਈਨਸ ਨੂੰ ਫੋਲੋ ਨਹੀਂ ਕਰਨਗੇ ਤਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਬੈਨ ਵੀ ਕੀਤਾ ਜਾ ਸਕਦਾ ਹੈ ਜੀ। ਸੋ ਇਹ ਨਵੀਂ ਰਿਪੋਰਟ ਵੀ ਸਾਹਮਣੇ ਆਈ ਹੈ। ਠੀਕ। ਸੋ ਦੇਵ ਜੀ ਸਰਕਾਰਾਂ ਜਿਹੜੀਆਂ ਨੇ ਉਹ ਕਹਿੰਦੇ ਆ ਕਿ ਵੀ ਤਾਂ ਹੀ ਚੱਲਦੀਆਂ ਨੇ ਜਦੋਂ ਉਹ ਸੁਪਨੇ ਵਿਖਾਉਂਦੀਆਂ ਨੇ, ਹੈ ਨਾ। ਜਿਹੜੀ ਸਰਕਾਰ ਜ਼ਿਆਦਾ ਸੁਪਨੇ ਲੋਕਾਂ ਨੂੰ ਦਿਖਾ ਦਿੰਦੀ ਹੈ ਉਹ ਸਰਕਾਰ ਲੋਕਾਂ ਦੇ ਦਿਲਾਂ 'ਤੇ ਛਾ ਜਾਂਦੀ ਹੈ, ਪਰ ਉਸ ਵੇਲੇ ਲੋਕਾਂ ਦੇ ਦਿਲਾਂ ਦੇ ਟੁਕੜੇ ਹੋ ਜਾਂਦੇ ਨੇ ਜਦੋਂ ਹਕੀਕਤ ਦੀ ਦੁਨੀਆ ਦੇ ਵਿੱਚ ਉਹ ਵਿਚਰਦੇ ਨੇ ਬਿਲਕੁਲ। ਸੋ ਮੈਂ ਤਾਂ ਇਹੀ ਕਹਾਂਗਾ ਕਿ ਵੀ ਜਿਹੜੀ ਵੀ ਸਰਕਾਰ ਹੋਏ ਉਹ ਸਿਰਫ ਗੱਲਾਂ ਨਹੀਂ ਬਲਕਿ ਹੁਣ
ਲੋਕਾਂ ਦਾ ਜਿਹੜਾ ਸਤਰ ਹੈ ਹਿੰਦੁਸਤਾਨ ਦੇ ਵਿੱਚ ਉਹ ਬੜਾ ਥੱਲੇ ਡਿੱਗਦਾ ਜਾ ਰਿਹਾ ਹੈ। ਉਹਨਾਂ ਗਰੀਬ ਗੁਰਬਿਆਂ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਆਖਿਰਕਾਰ ਕੋਈ ਵੀ ਜਿਹੜੀ ਮਸ਼ੀਨਰੀ ਹੈ ਉਹ ਉਦੋਂ ਤੱਕ ਹੀ ਸਹੀ ਰਹਿੰਦੀ ਹੈ ਜਦੋਂ ਉਹਦਾ ਛੋਟੇ ਪੁਰਜ਼ੇ ਦਾ ਵੀ ਖਿਆਲ ਰੱਖਿਆ ਜਾਵੇ। ਬਿਲਕੁਲ, ਵੱਡੇ ਸੁਪਨੇ ਤਾਂ ਦਿਖਾਉਂਦੀ ਹੈ ਸਰਕਾਰ, ਪਰ ਕੀ ਉਹ ਸੁਪਨੇ ਹੁੰਦੇ ਨੇ ਸਾਕਾਰ? ਇਹ ਜਿਹੜਾ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜਾ ਬਿਲਕੁਲ। ਔਰ ਤੁਸੀਂ ਸਰਕਾਰਾਂ ਦੇ ਸੁਪਨਿਆਂ ਦੀ ਗੱਲ ਕੀਤੀ, ਜਿਵੇਂ ਕਿ ਮਨ ਕੀ ਬਾਤ ਦੀ ਆਪਾਂ ਗੱਲ ਕਰੀਏ, ਮਨ ਕੀ ਬਾਤ ਤਾਂ ਆਪਾਂ ਕਰਦੇ ਹਾਂ, ਪਰ ਲੋਕਾਂ ਦੇ ਮਨ ਕੀ ਬਾਤ ਜੇ ਅਸੀਂ ਕਰੀਏ ਜਾਂ ਕਰਨਾ ਸ਼ੁਰੂ ਕਰ ਦਈਏ ਤਾਂ ਜਿਹੜਾ ਸਾਡਾ ਦੇਸ਼ ਹੈ ਵਾਕਈ ਉਸ ਦਾ ਵਿਕਾਸ ਜਿਹੜਾ ਉਹ ਹੋਏਗਾ। ਸੋ ਦੋਸਤੋ, ਅੱਜ ਦੇ ਇਸ ਕਰੰਟ ਅਫੇਅਰ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਔਰ ਉਮੀਦ ਕਰਦੇ ਹਾਂ ਕਿ ਅਗਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਨਵੇਂ ਜਿਹੜੀਆਂ ਗੱਲਾਂ ਨੇ, ਹੋਰ ਗਾਈਡਲਾਈਨਸ ਜਿਹੜੀਆਂ ਸਰਕਾਰ ਵੱਲੋਂ ਆਉਣਗੀਆਂ ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਕੁਝ ਹੋਰ ਕਹਿਣਾ ਚਾਹੋਗੇ ਤੁਸੀਂ ਦੇਵ ਜੀ? ਜੀ ਬਿਲਕੁਲ, ਹਵਾਈ ਸਫ਼ਰ ਕਰਨ ਵਾਲੇ ਦੋਸਤਾਂ ਵਾਸਤੇ ਗਵਰਨਮੈਂਟ ਵੱਲੋਂ ਬਹੁਤ ਸਾਰੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਕਿ ਜੋ ਲੋਕ ਹਵਾਈ ਯਾਤਰਾ ਕਰ ਰਹੇ ਨੇ ਜਾਂ ਸਫ਼ਰ ਕਰ ਰਹੇ ਨੇ ਤਾਂ ਜੋ ਦਿਸ਼ਾ ਨਿਰਦੇਸ਼ ਸਰਕਾਰ ਉਹਨਾਂ ਵਾਸਤੇ ਲੈ ਕੇ ਆ ਰਹੀ ਹੈ, ਜੇ ਉਹ ਉਹਨਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਬੈਨ ਵੀ ਕੀਤਾ ਜਾ ਸਕਦਾ ਹੈ। ਬਿਲਕੁਲ, ਕਰੋਨਾ ਦੇ ਤਹਿਤ ਨਵੀਆਂ ਗਾਈਡਲਾਈਨਸ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ। ਬਿਲਕੁਲ ਜੀ, ਠੀਕ ਹੈ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀਆਂ ਵੀ ਜਿਹੜੀਆਂ ਗਾਈਡਲਾਈਨ ਸੀ ਦੇਵ ਜੀ, ਉਹ ਇਹੀ ਸਾਨੂੰ ਕਹਿ ਰਹੀਆਂ ਨੇ ਕਿ ਵੀ ਘੜੀ ਇਸ਼ਾਰਾ ਕਰ ਰਹੀ ਹੈ ਕਿ ਵਕਤ ਹੋ ਚੱਲਿਆ ਹੈ ਨਾ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਰੂਬਰੂ ਹੋਵਾਂਗੇ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਤਾਂ ਕਿ ਅਸੀਂ ਕੁਝ ਹੋਰ ਵਿਚਾਰ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰੀਏ, ਉਹਦੇ ਬਾਰੇ ਸਾਡੀ ਫੀਡਬੈਕ ਜ਼ਰੂਰ ਸਾਨੂੰ ਦਿਆ ਕਰੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਚਲਿਏ ਫਿਰ ਲਈਏ ਇਜਾਜ਼ਤ। ਬਿਲਕੁਲ ਜੀ, ਧੰਨਵਾਦ। ਧੰਨਵਾਦ।